ਨਮਸਤੇ ਜੀ ਟੀਵੀ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬੀਤੇ ਦਿਨੀ ਅਸੀਂ ਗੱਲਬਾਤ ਕੀਤੀ ਸੀ ਸਰੀ ਦੇ ਵਿੱਚ ਮਲਹੋਤਰਾ ਇਮੀਗ੍ਰੇਸ਼ਨ ਨਾਲ ਉਹਨਾਂ ਨਾਲ ਅਸੀਂ ਉਸ ਦਿਨ ਵਰਕ ਪਰਮਿਟ ਬਾਰੇ ਗੱਲਬਾਤ ਕੀਤੀ ਸੀ ਕਿ ਵਿਜ਼ਟਰਸ ਲਈ ਜੋ ਸਰਕਾਰ ਨੇ ਵਰਕ ਪਰਮਿਟ ਦਾ ਐਲਾਨ ਕੀਤਾ ਉਹਦੇ ਵਿੱਚ ਕੀ ਕੀ ਤਕਨੀਕੀ ਘੁੰਡੀਆਂ ਨੇ ਤੇ ਉਸੇ ਦੌਰਾਨ ਬਹੁਤ ਸਾਰੇ ਦਰਸ਼ਕਾਂ ਦੇ ਸਵਾਲ ਆਏ ਸੀ ਕਿ ਸਪਾਊਸ ਵੀਜ਼ਾ ਬਹੁਤ ਜ਼ਿਆਦਾ ਰਿਫਿਊਜ਼ਲ ਆ ਰਹੀ ਹੈ ਉਹਦੇ ਸੰਬੰਧੀ ਜ਼ਰੂਰ ਗੱਲਬਾਤ ਕੀਤੀ ਜਾਵੇ ਤੇ ਅੱਜ ਅਸੀਂ ਫੇਰ ਪਹੁੰਚੇ ਹਾਂ ਸਰੀ ਦੇ ਪਾਇਲ ਸੈਂਟਰ ਮਲਹੋਤਰਾ ਇਮੀਗ੍ਰੇਸ਼ਨ ਲਈ ਤੇ ਮਲਹੋਤਰਾ ਸਾਹਿਬ ਸਾਡੇ ਨਾਲ ਨੇ ਅੱਜ ਵੀ ਉਹਨਾਂ ਨਾਲ ਫੇਰ ਗੱਲਬਾਤ ਕਰਾਂਗੇ ਕਿ ਆਖਰਕਾਰ ਇਸ ਜਿਹੜੇ ਸਵਾਲ ਆਏ ਯਾਰ ਸਪਾਊਸ ਰਿਫਿਊਜ਼ਲ ਤੇ ਇਹਦੇ ਤੇ ਕੀ ਤਕਨੀਕੀ ਪੱਖ ਹੈਗੇ ਆ ਸਭ ਤੋਂ ਪਹਿਲਾਂ ਇੱਕ ਵਾਰੀ ਫੇਰ ਸਵਾਗਤ ਹੈ ਮਲਹੋਤਰਾ ਸਾਹਿਬ ਤੁਹਾਡਾ। ਥੈਂਕ ਯੂ ਵੈਰੀ ਮਚ। ਸਵਾਲ ਆਏ ਸੀ ਬਹੁਤ ਦਰਸ਼ਕਾਂ ਦੇ ਕਿ ਸਪਾਊਸ ਰਿਫਿਊਜ਼ਲ ਬਹੁਤ ਜ਼ਿਆਦਾ ਆ ਰਹੀ ਹੈ ਤੇ ਕੋਈ ਕਹਿ ਰਿਹਾ ਸੀ ਕਿ ਬਿਨਾਂ ਕਾਰਨ ਹੀ ਰਿਫਿਊਜ਼ਲ ਆ ਰਹੀ ਹੈ ਤੁਹਾਡੇ ਕੋਲ ਇਹਦੇ ਬਾਰੇ ਕੀ ਅਪਡੇਟ ਹੈ? ਜਿਹੜਾ ਇਮੀਗ੍ਰੇਸ਼ਨ ਦੇ ਅੱਜ ਕੱਲ੍ਹ ਦਿੱਲੀ ਆਫਿਸ ਜੀ ਕੋਈ ਸਪਾਊਸ ਐਪਲੀਕੇਸ਼ਨਸ ਦੇ ਉੱਤੇ ਜ਼ਿਆਦਾ ਡਿਸੀਜਨਸ ਨਹੀਂ ਲੈ ਰਿਹਾ ਹੈਗਾ ਕੋਵਿਡ ਦੀ ਵਜ੍ਹਾ ਕਰਕੇ। ਜਿਹੜੇ ਤੁਹਾਡੇ ਦਰਸ਼ਕ ਕਹਿ ਰਹੇ ਨੇ ਕਿ ਪਹਿਲੇ ਰਿਫਿਊਜ਼ਲਸ ਨੇ ਉਹ ਪਹਿਲੇ ਵਾਲੀਆਂ ਰਿਫਿਊਜ਼ਲਸ ਹੋਣੀਆਂ ਨੇ ਜਿਹੜੀਆਂ ਆਲਰੇਡੀ ਆ ਚੁੱਕੀਆਂ ਨੇ। ਜੀ ਜਿਹੜਾ ਸਪਾਊਸਲ ਰਿਫਿਊਜ਼ਲਸ ਹੁੰਦੇ ਨੇ ਉਹਦੇ ਵਿੱਚ ਦੋ ਮੇਨ ਕਾਰਨ ਹੁੰਦੇ ਹੈ। ਸਭ ਤੋਂ ਵੱਡਾ ਕਾਰਨ ਇਹ ਹੈਗਾ ਕਿ ਜਿਹੜੇ ਐਪਲੀਕੇਸ਼ਨਸ ਤਿਆਰ ਕੀਤੀਆਂ ਜਾਂਦੀਆਂ ਨੇ ਉਹ ਪ੍ਰੋਪਰ ਨਹੀਂ ਹੁੰਦੀਆਂ। ਜੀ ਉਹਦੇ ਵਿੱਚ ਕਈ ਦਫਾ ਜਿਹੜੇ ਕੰਸਲਟੈਂਟ ਏਜੰਟਸ ਔਰ ਜਾਂ ਜਿਹੜੇ ਦੂਸਰੇ ਲੋਕ ਸਲਾਹ ਦੇਣ ਵਾਲੇ ਨੇ ਜੀ ਚਾਹੇ ਉਹ ਰੈਗੂਲੇਟਡ ਹੈਗੇ ਨੇ ਲਾਇਸੈਂਸਡ ਹੈਗੇ ਨੇ ਜਾਂ ਨਹੀਂ ਹੈਗੇ ਜਾਂ ਭਾਈਬੰਦ ਹੈਗੇ ਨੇ ਉਹ ਕੁਝ ਐਸੀ ਸਲਾਹ ਦੇ ਦਿੰਦੇ ਨੇ ਜਿਹੜੀ ਕਿ ਐਪਲੀਕੇਸ਼ਨਸ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਲਿਖੀ ਜਾਂਦੀ ਹੈ ਉਹ ਫੈਕਚੁਅਲੀ ਕਰੈਕਟ ਨਹੀਂ ਹੁੰਦੀ। ਜੀ ਜਿਸ ਵੇਲੇ ਕੁਐਸਚਨ ਆਉਂਦਾ ਹੈਗਾ ਕਿ ਉਹਨੂੰ ਜੋ ਲਿਖਿਆ ਹੈਗਾ ਉਹਨਾਂ ਨੂੰ ਡਾਕੂਮੈਂਟਸ ਦੇ ਨਾਲ ਸਪੋਰਟ ਕਰੋ ਉਹ ਉੱਥੇ ਨਹੀਂ ਕਰ ਪਾਉਂਦੇ ਨੇ। ਜੀ ਜਾਂ ਜਿਸ ਤੋਂ ਬਾਅਦ ਇੰਟਰਵਿਊ 'ਤੇ ਜਾਂਦੇ ਹੈ ਅਤੇ ਜਿਹੜਾ ਇੰਟਰਵਿਊ ਦੇਣ ਵਾਲਾ ਵਿਅਕਤੀ ਹੈਗਾ ਉਹ ਜੋ ਐਪਲੀਕੇਸ਼ਨ ਦੇ ਵਿੱਚ ਲਿਖਿਆ ਹੈਗਾ ਉਹਦੇ ਅਗੇਂਸਟ ਬੋਲ ਦਿੰਦਾ ਹੈਗਾ ਜੀ ਜਾਂ ਜਿਹੜੇ ਡਾਕੂਮੈਂਟਸ ਦਿੱਤੇ ਨੇ ਉਹਨੂੰ ਸਪੋਰਟ ਨਹੀਂ ਕਰ ਸਕਦਾ। ਉਸ ਵੇਲੇ ਰਿਫਿਊਜ਼ਲ ਹੋ ਜਾਂਦੀ ਹੈਗੀ। ਜੀ ਜਿਹੜੇ ਮੇਰੇ ਐਕਸਪੀਰੀਅੰਸ ਦੇ ਵਿੱਚ ਐਪਲੀਕੇਸ਼ਨਸ ਘੱਟ ਤੋਂ ਘੱਟ 60 to 65% ਬਗੈਰ ਇੰਟਰਵਿਊ ਦੇ ਅਪਰੂਵ ਹੋ ਜਾਂਦੇ ਨੇ। ਜੀ ਇਸ ਵਾਸਤੇ ਕਹਿਣਾ ਕਿ ਬਹੁਤ ਜ਼ਿਆਦਾ ਰਿਫਿਊਜ਼ਲ ਹੋ ਰਹੀਆਂ ਨੇ ਉਸ ਦੇ ਨਾਲ ਮੈਂ ਮੰਨਣ ਨੂੰ ਤਿਆਰ ਨਹੀਂ ਹੈਗਾ। ਜੀ ਅਗਰ ਤੁਹਾਡੀ ਐਪਲੀਕੇਸ਼ਨ ਪ੍ਰੋਪਰ ਇਨਫੋਰਮੇਸ਼ਨ ਦਿੰਦੀ ਹੈਗੀ ਹੈ ਉਹਦੇ ਵਿੱਚ ਜੋ ਤੁਸੀਂ ਲਿਖਿਆ ਹੈਗਾ ਉਹ ਫੈਕਟਸ ਦੇ ਨਾਲ ਪ੍ਰੂਵ ਕਰਦੇ ਨੇ ਜੀ ਤੇ ਕੋਈ ਵੀ ਇਮੀਗ੍ਰੇਸ਼ਨ ਆਫਿਸਰ ਉਸ ਨੂੰ ਰਿਫਿਊਜ਼ ਨਹੀਂ ਕਰ ਸਕਦਾ। ਜੀ ਮੇਨ ਰੀਜ਼ਨ ਇਹ ਹੈਗਾ ਕਿ ਕੋਈ ਵੀ ਸਪਾਊਸਲ ਐਪਲੀਕੇਸ਼ਨ ਅਗਰ ਰਿਫਿਊਜ਼ ਹੁੰਦੀ ਹੈਗੀ ਹੈ ਤੇ ਉਹ ਇਮੀਗ੍ਰੇਸ਼ਨ ਰਿਫਿਊਜੀ ਬੋਰਡ ਦੇ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਦੇ ਅੱਗੇ ਉਹਦੇ ਉੱਤੇ ਅਪੀਲ ਹੋ ਸਕਦੀ ਹੈਗੀ ਜੀ ਔਰ ਉਹ ਅਪੀਲ ਫਿਰ ਜਿਸ ਵੇਲੇ ਮੰਨੀ ਜਾਂਦੀ ਹੈ ਫਿਰ ਵੀਜ਼ਾ ਆਫਿਸਰ ਨੂੰ ਵੀਜ਼ਾ ਦੇਣਾ ਪੈਂਦਾ ਹੈ। ਜੀ ਇਸ ਵਾਸਤੇ ਵੀਜ਼ਾ ਆਫਿਸਰ ਕਾਫੀ ਇਸ ਚੀਜ਼ ਨੂੰ ਸੋਚ ਸਮਝ ਕੇ ਰਿਫਿਊਜ਼ ਕਰਦਾ ਹੈਗਾ ਕਿ ਉਸ ਨੂੰ ਉੱਥੇ ਅਪੀਲ ਬੋਰਡ ਦੇ ਸਾਹਮਣੇ ਜਵਾਬ ਦੇ ਜੀ ਜਿਵੇਂ ਤੁਸੀਂ ਕਿਹਾ ਕਿ ਬਹੁਤ ਸਾਰੀਆਂ ਜਿਹੜੀਆਂ ਐਪਲੀਕੇਸ਼ਨਸ ਹੁੰਦੀਆਂ ਬਿਨਾਂ ਇੰਟਰਵਿਊ ਦੇ ਉਹ ਅਪਰੂਵ ਹੋ ਜਾਂਦੀਆਂ ਕਿ ਬਿਨਾਂ ਇੰਟਰਵਿਊ ਦੇ ਰਿਫਿਊਜ਼ ਵੀ ਹੋ ਜਾਂਦੇ ਕਈ ਵਾਰੀ ਪਹਿਲੀ ਐਪਲੀਕੇਸ਼ਨ ਦੇਖ ਕੇ ਨਾਲ ਹੀ ਰਿਫਿਊਜ਼ਲ ਵੀ ਆ ਜਾਂਦੀ ਹੈ ਜਾਂ ਇੰਟਰਵਿਊ ਆਉਂਦੀ ਹੀ ਆਉਂਦੀ ਹੈ? ਬਿਨਾਂ ਇੰਟਰਵਿਊ ਦੇ ਜਿਹੜੀਆਂ ਰਿਫਿਊਜ਼ਲਸ ਹੁੰਦੀਆਂ ਨੇ ਉਹ ਹੁੰਦੀਆਂ ਨੇ ਅਗਰ ਮੈਰਿਜ ਇਲੀਗਲ ਹੈਗੀ ਹੈ ਕਾਨੂੰਨ ਦੇ ਬਰਖਲਾਫ ਹੈਗੀ ਹੈ। ਐਗਜ਼ਾਮਪਲ ਦਿਆਂਗਾ ਕਿ ਦੋਵਾਂ 'ਚੋਂ ਇੱਕ ਪਹਿਲੇ ਮੈਰਿਡ ਸੀਗਾ ਜੀ ਲੇਕਿਨ ਉਹਦੇ ਮੈਰਿਜ ਡਿਜ਼ਾਲਵ ਹੋਣ ਦਾ ਡਾਈਵੋਰਸ ਦਾ ਜਾਂ ਉਹਦੇ ਪਹਿਲੇ ਸਪਾਊਸ ਦੀ ਡੈਥ ਹੋਣ ਦਾ ਸਬੂਤ ਨਹੀਂ ਦਿੱਤਾ ਗਿਆ ਹੈਗਾ ਜੀ
ਤੇ ਉਹ ਬਾਈਗੈਮਸ ਮੈਰਿਜ ਮੰਨੀ ਜਾਂਦੀ ਹੈਗੀ ਹੈ, ਉਹ ਗੈਰ ਕਾਨੂੰਨੀ ਮੈਰਿਜ ਮੰਨੀ ਜਾਂਦੀ ਹੈ। ਉਸ ਵੇਲੇ ਉਹ ਬਿਨਾਂ ਇੰਟਰਵਿਊ ਦੇ ਰਿਫਿਊਜ਼ ਹੋ ਜਾਂਦਾ ਹੈਗਾ। ਜੀ ਦੂਸਰਾ ਜਿਹੜਾ ਰੀਜ਼ਨ ਹੈਗਾ ਉਹ ਬੜਾ ਬੇਵਕੂਫਾਨਾ ਰੀਜ਼ਨ ਹੈਗਾ, ਵਾਹਿਆਤ ਰੀਜ਼ਨ ਹੈਗਾ। ਉਹ ਹੈਗਾ ਕਿ ਜਿਹੜੇ ਡਾਕੂਮੈਂਟ ਪ੍ਰੂਫ ਦਿੱਤੇ ਗਏ ਨੇ, ਜੀ ਫਾਰ ਐਗਜ਼ਾਮਪਲ ਮੈਰਿਜ ਸਰਟੀਫਿਕੇਟ ਦਿੱਤਾ ਗਿਆ ਹੈਗਾ ਜਾਂ ਡਿਵੋਰਸ ਡਾਕੂਮੈਂਟ ਦਿੱਤਾ ਗਿਆ ਹੈਗਾ, ਚਾਹੇ ਉਹ ਇੰਡੀਆ ਦਾ ਹੈਗਾ ਜਾਂ ਕੈਨੇਡਾ ਦਾ ਹੈਗਾ, ਉਹ ਫਰਾਡ ਹੈਗਾ। ਜੀ ਜਿਸ ਵੇਲੇ ਆਫਿਸਰ ਜਾਂ ਆਫਿਸਰ ਦਾ ਅਸਿਸਟੈਂਟ ਉਸ ਡਾਕੂਮੈਂਟ ਨੂੰ ਦੇਖਦਾ ਹੈ ਤੇ ਉਹ ਕਲੀਅਰਲੀ ਉਹਨਾਂ ਨੂੰ ਫਰਾਡ ਲੱਗਦਾ ਹੈ ਤੇ ਉਹ ਵੈਰੀਫਿਕੇਸ਼ਨ ਕਰਕੇ ਉਸ ਨੂੰ ਫਰਾਡ ਪ੍ਰੂਵ ਕਰਕੇ ਤੇ ਰਿਫਿਊਜ਼ ਕਰ ਦਿੰਦੇ ਨੇ। ਉਸ ਦੇ ਵਿੱਚ ਨੁਕਸਾਨ ਇੱਕ ਹੋਰ ਵੀ ਹੈਗਾ। ਜੀ ਅਗਰ ਫਰਾਡ ਪ੍ਰੂਫ ਹੋ ਜਾਏ ਤੇ ਵੀਜ਼ਾ ਆਫਿਸਰ ਉਹਦੇ ਉੱਤੇ 5 ਇਅਰਸ ਦਾ ਮਿਸਰਿਪ੍ਰੈਜ਼ੈਂਟੇਸ਼ਨ ਦਾ ਬੈਨ ਲਾ ਦਿੰਦੇ ਨੇ। ਜੀ ਇਸ ਦਾ ਮਤਲਬ ਹੈਗਾ ਕਿ ਉਹ ਐਪਲੀਕੈਂਟ 5 ਸਾਲ ਤੱਕ ਕੈਨੇਡਾ ਆਉਣ ਵਾਸਤੇ ਕਿਸੇ ਵੀ ਕੈਟੇਗਰੀ ਦੇ ਵਿੱਚ ਪ੍ਰੋਹਿਬਿਟਡ ਹੋ ਜਾਂਦਾ ਹੈਗਾ, ਨਹੀਂ ਆ ਸਕਦਾ। ਜੀ ਭਾਵ ਕਿ ਜੇ ਕਿਸੇ ਵੀ ਤਰ੍ਹਾਂ ਪਤਾ ਲੱਗ ਗਿਆ ਕਿ ਕਿਸੇ ਡਾਕੂਮੈਂਟਸ ਦੇ ਵਿੱਚ ਕੋਈ ਫਰਾਡ ਕੀਤਾ ਜਾ ਰਿਹਾ ਜਾਂ ਧੋਖਾ ਦਿੱਤਾ ਜਾ ਰਿਹਾ ਤਾਂ ਫਿਰ 5 ਸਾਲ ਦਾ ਬੈਨ ਵੀ ਲੱਗ ਸਕਦਾ। ਐਬਸੋਲੂਟਲੀ, ਉਹ ਰਿਫਿਊਜ਼ ਵੀ ਹੋਏਗਾ ਔਰ ਉਸ ਦੀ ਫਿਰ ਅਪੀਲ ਵੀ ਨਹੀਂ ਹੁੰਦੀ। ਉਹਦੀ ਅਪੀਲ ਸਿਰਫ ਫੈਡਰਲ ਕੋਰਟ ਵਿੱਚ ਹੁੰਦੀ ਹੈ। ਜੀ ਅੱਛਾ, ਇੱਕ ਇੱਥੇ ਵੀ ਸਪਾਊਸ ਬਹੁਤ ਜ਼ਿਆਦਾ ਅਪਲਾਈ ਹੁੰਦੇ ਨੇ, ਖਾਸ ਕਰਕੇ ਜਦੋਂ ਕੋਈ ਇੱਕ ਉਹਦੇ ਵਿੱਚੋਂ ਇੱਕ ਪਾਰਟਨਰ ਕੋਈ ਸਟੂਡੈਂਟ ਆ ਜਾਂ ਦੂਸਰਾ ਵਿਜ਼ਟਰ ਆ ਜਾਂ ਦੂਸਰਾ ਹੱਲੇ ਉਹਦਾ ਕੋਈ ਸਟੇਟਸ ਲੰਘ ਰਿਹਾ ਵਾ, ਤਾਂ ਉਹਦੇ ਵਿੱਚ ਵੀ ਇੱਥੇ ਵੀ ਆ ਰਹੀਆਂ ਸ਼ਿਕਾਇਤਾਂ ਕਿ ਬਹੁਤ ਜ਼ਿਆਦਾ ਕੋਵਿਡ ਤੋਂ ਪਹਿਲਾਂ ਵੀ ਕਈ ਕੇਸਾਂ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ। ਇੱਥੇ ਜਿਹੜੇ ਸਪਾਊਸਲ ਕੇਸਿਸ ਨੇ ਉਹਨਾਂ ਨੂੰ ਅਸੀਂ ਮੇਨ 2 ਕੈਟੇਗਰੀਜ਼ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਇੱਕ ਕੈਟੇਗਰੀ ਹੈਗੀ ਹੈ ਜਿਹੜਾ ਸਪਾਊਸ, ਉਹ ਇੱਕ ਸਪਾਊਸ ਓਵਰਸੀਜ਼ ਹੈਗਾ, ਇੱਕ ਸਪਾਊਸ ਇੱਥੇ ਹੈਗਾ। ਜਿਹੜਾ ਇੱਥੇ ਸਪਾਊਸ ਹੈਗਾ ਉਹ ਵਰਕ ਪਰਮਿਟ, ਸਟੂਡੈਂਟ ਜਾਂ ਵਿਜ਼ਿਟਰ 'ਤੇ ਹੈਗਾ। ਉਸ ਨੂੰ ਜਿਸ ਵੇਲੇ ਉਹਦੀ ਐਪਲੀਕੇਸ਼ਨਸ ਓਵਰਸੀਜ਼ ਸਪਾਊਸ ਦੀ ਲਾਈ ਜਾਂਦੀ ਹੈਗੀ ਹੈ, ਉਹ ਇੱਥੇ ਫਿਰ ਵਿਜ਼ਿਟਰ ਜਾਂ ਵਰਕ ਪਰਮਿਟ 'ਤੇ ਆਉਂਦਾ ਹੈਗਾ। ਜੀ ਲੇਕਿਨ ਦੂਸਰੀ ਕੈਟੇਗਰੀ ਹੈਗੀ ਹੈ ਜਿਸ ਨੂੰ ਅਸੀਂ ਇਨਲੈਂਡ ਸਪਾਊਸਲ ਸਪਾਂਸਰਸ਼ਿਪ ਕਹਿੰਦੇ ਹੈਗੇ ਆ, ਜੀ ਜਿਹਦੇ ਵਿੱਚ ਕਿ ਜਿਹੜਾ ਸਪਾਂਸਰ ਕਰ ਰਿਹਾ ਹੈਗਾ ਉਹ ਪਰਮਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਹੈਗਾ, ਔਰ ਜਿਹੜਾ ਸਪਾਂਸਰੀ ਹੈਗਾ ਯਾਨੀ ਕਿ ਜਿਹਨੂੰ ਐਪਲੀਕੈਂਟ ਕਹਿੰਦੇ ਹੈਗੇ, ਉਸ ਦਾ ਸਟੇਟਸ ਵਿਜ਼ਿਟਰ, ਜੀ ਸਟੂਡੈਂਟ ਜਾਂ ਵਰਕਰ ਹੈਗਾ। ਜਿਹੜੀ ਲੇਟਰ ਕੈਟੇਗਰੀ ਹੈਗੀ ਦੂਸਰੀ ਇਨ ਕੈਨੇਡਾ ਸਪਾਊਸਲ ਕੈਟੇਗਰੀ, ਇਹ ਇੱਕ ਰੈਗੂਲੇਟਰੀ ਮੈਥਡ ਹੈਗਾ। ਇਸ ਦਾ ਕਿਸੇ ਰੈਗੂਲੇਸ਼ਨ ਦੇ ਵਿੱਚ ਕੋਈ ਵਿਵਰਣ ਨਹੀਂ ਹੈਗਾ। ਜੀ ਇਹ ਹਰ ਸਾਲ ਦੇ ਸਾਲ ਇਸ ਨੂੰ ਮਿਨਿਸਟਰ ਇਸ ਪ੍ਰੋਵੀਜ਼ਨ ਨੂੰ ਐਕਸਟੈਂਡ ਕਰ ਰਿਹਾ ਹੈਗਾ। ਜੀ ਔਰ ਹਾਲਾਂਕਿ ਇਹਦੇ 'ਚ ਇੱਕ ਬੜੀ ਇੰਟਰਸਟਿੰਗ ਜਿਹੀ ਚੀਜ਼ ਹੈਗੀ ਹੈ ਕਿ ਜਿਹੜਾ ਸਪਾਂਸਰੀ ਹੈਗਾ ਅਗਰ ਉਹਦੇ ਕੋਲ ਕੋਈ ਸਟੇਟਸ ਨਾ ਵੀ ਹੋਵੇ ਜੀ ਤਦ ਵੀ ਉਹ ਅਪਲਾਈ ਕਰ ਸਕਦਾ ਹੈ। ਜੀ ਜਿਹੜਾ ਐਡਵਾਂਟੇਜ ਹੈਗਾ ਇਸ ਦੇ ਵਿੱਚ ਉਹ ਹੈਗਾ ਕਿ ਅਗਰ ਫਸਟ ਸਟੇਜ ਦੀ ਅਪਰੂਵਲ ਹੋ ਜਾਂਦੀ ਹੈ, ਯਾਨੀ ਕਿ ਸਪਾਂਸਰ ਦਾ ਇਹ ਮੰਨਿਆ ਜਾਂਦਾ ਕਿ ਸਪਾਂਸਰ ਐਲੀਜੀਬਲ ਹੈਗਾ, ਕਿ ਸਪਾਂਸਰੀ ਨੂੰ ਜੀ ਵਰਕ ਪਰਮਿਟ ਮਿਲ ਜਾਂਦਾ ਹੈਗਾ ਤਾਂ ਕਿ ਉਹ ਇੱਥੇ ਰਹਿ ਕੇ ਕੰਮ ਵੀ ਕਰ ਸਕੇ ਜਦ ਤੱਕ ਕਿ ਉਹਨਾਂ ਦੀ ਐਪਲੀਕੇਸ਼ਨ ਫਾਈਨਲੀ ਡਿਸਾਈਡ ਨਹੀਂ ਹੁੰਦੀ, ਅਪਰੂਵ ਨਹੀਂ ਹੁੰਦੀ, ਡਿਸਾਈਡ ਨਹੀਂ ਹੁੰਦੀ। ਜੀ ਇਸ ਕੇਸ ਦੇ ਵਿੱਚ ਵੀ ਦੂਸਰੇ ਪਾਰਟਨਰ ਕੋਲ ਨੌਕ ਬੀ ਜਾਂ ਏ ਦੀ ਜੌਬ ਹੋਣੀ ਜ਼ਰੂਰੀ ਹੈ? ਬਿਲਕੁਲ ਨਹੀਂ, ਜੀ ਬਿਲਕੁਲ ਨਹੀਂ। ਸਪਾਂਸਰ ਦਾ ਐਲੀਜੀਬਿਲਿਟੀ ਕ੍ਰਾਈਟੇਰੀਆ ਬਹੁਤ ਹੀ ਸਿੰਪਲ ਹੈਗਾ, ਬਹੁਤ ਹੀ ਫਲੈਕਸੀਬਲ ਹੈਗਾ। ਜੀ ਜਿਹੜਾ ਸਪਾਂਸਰ ਹੈਗਾ ਉਹ ਕੈਨੇਡੀਅਨ ਸਿਟੀਜ਼ਨ, ਪਰਮਾਨੈਂਟ ਜਾਂ ਪਰਮਾਨੈਂਟ ਰੈਜ਼ੀਡੈਂਟ ਹੋਏ, 18 ਸਾਲ ਦੀ ਉਮਰ ਹੋਵੇ ਉਸਦੀ, ਜੀ ਕੋਈ ਵੀ ਕੰਮ ਕਰਦਾ ਹੋਏ। ਅਗਰ ਕੰਮ ਨਹੀਂ ਵੀ ਕਰਦਾ ਹੈਗਾ ਤੇ ਉਸ ਨੂੰ ਇਹ ਪ੍ਰੂਵ ਕਰਨਾ ਪਏਗਾ ਕਿ ਜਿਸ ਵੇਲੇ ਉਹਦਾ ਸਪਾਂਸਰੀ ਲੈਂਡਿੰਗ ਹੁੰਦੀ ਹੈ ਕਿ ਉਹ ਉਸਦੀ
ਦੇਖਭਾਲ ਕਰ ਸਕਦਾ ਹੈਗਾ। ਜੀ ਇਸ ਵਾਸਤੇ ਉਹਦੇ ਲਈ AOBCD ਦਾ ਕੋਈ ਮਤਲਬ ਨਹੀਂ ਹੈਗਾ। ਜੀ ਇੱਥੇ ਇੱਕ ਸਵਾਲ ਹੋਰ ਸੀਗਾ ਆ ਰਿਹਾ ਅੱਜ ਕੱਲ੍ਹ ਕੋਵਿਡ ਕਰਕੇ, ਇਹ ਤਾਂ ਸਪਾਊਸ ਦੀ ਗੱਲ ਹੋ ਗਈ, ਇੱਕ ਵਿਜ਼ਟਰ ਬਾਰੇ ਸੀਗੀ ਕਿ ਹੁਣ ਜੇ ਕਿਸੇ ਨੇ ਉੱਥੋਂ ਬਾਹਰ ਜਾਂ ਭਾਰਤ ਤੋਂ, ਇੰਗਲੈਂਡ ਤੋਂ ਜਾਂ ਆਸਟ੍ਰੇਲੀਆ ਤੋਂ ਕਿਸੇ ਨੇ ਇੱਥੇ ਕੈਨੇਡਾ ਲਈ ਵਿਜ਼ਟਰ ਵੀਜ਼ਾ ਅਪਲਾਈ ਕਰਨਾ, ਕਿ ਹੁਣ ਉਹ ਹੋ ਸਕਦਾ ਇਸ ਵਕਤ? ਕੋਵਿਡ ਦੇ ਦੌਰਾਨ ਜੀ ਸਿਰਫ ਪੇਰੈਂਟਸ, ਜੀ dependent children under 22 years of age, ਜੀ spouse ਔਰ ਕੇਅਰ ਪ੍ਰੋਵਾਈਡਰ ਨੂੰ ਇਜਾਜ਼ਤ ਹੈਗੀ ਹੈ। ਜੀ ਜਿਹੜੇ ਨਾਨ ਐਸੈਂਸ਼ੀਅਲ ਸਰਵਿਸਿਜ਼ ਹੈਗੇ ਨੇ ਜੀ ਉਹਨਾਂ ਦੇ ਵਾਸਤੇ ਨਹੀਂ ਹੈਗਾ। ਜੀ ਜਿਸ ਵੇਲੇ ਅਸੀਂ ਗੱਲ ਕਰ ਰਹੇ ਸੀਗੇ ਇਨ ਕੈਨੇਡਾ ਸਪਾਊਸ ਦੀ, ਜੀ ਉਸ ਦੇ ਵਿੱਚ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈਗਾ ਕਿ ਤੁਹਾਡੀ ਐਪਲੀਕੇਸ਼ਨ, ਤੁਹਾਡੇ ਜੋ ਤੁਸੀਂ ਡਿਟੇਲਸ ਪ੍ਰੋਵਾਈਡ ਕਰਦੇ ਹੈਗੇ ਤੁਹਾਡਾ ਉਹਦੇ ਕੋਲ ਪ੍ਰੋਪਰ ਪ੍ਰੂਫ ਹੋਣਾ ਚਾਹੀਦਾ ਹੈਗਾ। ਅਦਰਵਾਈਜ਼ ਅਗਰ ਰਿਫਿਊਜ਼ ਹੋ ਜਾਂਦੀ ਹੈ ਐਪਲੀਕੇਸ਼ਨ, ਤੇ ਉਹਦਾ ਅਪੀਲ ਬੋਰਡ ਦੇ ਅੱਗੇ ਕੋਈ ਅਪੀਲ ਦੇ ਜੀ ਪ੍ਰੋਵੀਜ਼ਨ ਨਹੀਂ ਹੈਗੇ। ਜੀ ਬੇਸ਼ੱਕ ਇਸ ਵਕਤ ਜਿਹੜੀ ਟਰੈਵਲ ਦੀ ਤਾਂ ਜਿਹੜੀ ਹੈ ਉਹ ਮਨਜ਼ੂਰੀ ਨਹੀਂ ਮਿਲੀ ਹੈਗੀ, ਪਰ ਜੇ ਜਸਟ ਵੀਜ਼ਾ ਲਵਾਉਣਾ ਹੋਵੇ, ਵੀਜ਼ਾ ਐਪਲੀਕੇਸ਼ਨ ਇਸ ਵਕਤ ਅਪਰੂਵ ਜਾਂ ਫਿਰ ਉਹਦੇ 'ਤੇ ਕੋਈ ਪ੍ਰੋਸੈਸ ਚੱਲ ਰਿਹਾ? ਵੀਜ਼ਾ ਦੀ ਐਪਲੀਕੇਸ਼ਨ ਕਰ ਸਕਦੇ ਹੈਗੇ, ਜੀ ਕਿਉਂਕਿ ਜਿਹੜੇ ਅਸੀਂ ਇੱਥੋਂ ਵੀਜ਼ਾ ਕਰਨੇ ਹੈ ਕਿ ਵੀਜ਼ਾ ਦੀ ਐਪਲੀਕੇਸ਼ਨ ਕਰਨੇ ਆ, ਅਸੀਂ ਆਨਲਾਈਨ ਕਰਨੇ ਹੈਗੇ। ਜੀ ਆਨਲਾਈਨ ਦਾ ਮਤਲਬ ਹੈਗਾ ਕਿ ਫਿਰ ਉਹ ਕਿਸੇ ਵੀ ਪੋਸਟ ਨੂੰ ਆਊਟਸਾਈਡ ਆਫ ਕੈਨੇਡਾ ਜਾਂ ਵਿਦਿਨ ਕੈਨੇਡਾ ਪ੍ਰੋਸੈਸਿੰਗ ਵਾਸਤੇ ਭੇਜ ਦਿੱਤਾ ਜਾਂਦਾ ਹੈਗਾ। ਜੀ ਅਗਰ ਅਪਰੂਵਲ ਹੋ ਜਾਂਦੀ ਹੈਗੀ ਹੈ ਤੇ ਫਿਰ ਉਹ ਆਊਟਸਾਈਡ ਪੋਸਟ ਐਪਲੀਕੈਂਟ ਨੂੰ ਕਾਂਟੈਕਟ ਕਰਕੇ ਉਹਦਾ ਪਾਸਪੋਰਟ ਮੰਗਵਾ ਕਰਕੇ ਵੀਜ਼ਾ ਦੇ ਸਕਦੇ ਨੇ। ਲੇਕਿਨ ਜਿਹੜੀ ਰਿਪੋਰਟਸ ਇਸ ਵਕਤ ਤੱਕ ਆ ਰਹੀਆਂ ਨੇ ਕਿ ਆਊਟਸਾਈਡ ਪੋਸਟ ਬਹੁਤ ਘੱਟ ਰਿਸੋਰਸਿਸ ਦੇ ਉੱਤੇ ਕੰਮ ਕਰ ਰਹੀਆਂ ਨੇ, ਇਸ ਵਾਸਤੇ ਬਹੁਤ ਸਲੋ ਡਾਊਨ ਹੈਗਾ। ਤੇ ਅਮਰਤਾ ਸਾਹਿਬ, ਸਟੂਡੈਂਟਸ ਦੇ ਲਈ ਕੀ ਅਪਡੇਟ ਹੈ ਜੀ ਇਸ ਸਪਾਊਸ ਕੇਸਸ ਦੇ ਵਿੱਚ? ਤੁਸੀਂ ਇਹਨਾਂ ਨੂੰ ਕੀ ਸਲਾਹ ਦੇਣਾ ਚਾਹੁੰਦੇ ਹੋ? ਜਿਹੜੇ ਸਟੂਡੈਂਟਸ ਔਰ ਵਰਕਰਸ ਦੇ ਸਪਾਊਸਿਸ ਓਵਰਸੀਜ਼ ਬੈਠੇ ਨੇ, ਜੀ ਉਹਨਾਂ ਦੇ ਵਾਸਤੇ ਅਪਲਾਈ ਕਰ ਸਕਦੇ ਹੈ ਕਿ ਉਹਨਾਂ ਨੂੰ ਵਰਕ ਪਰਮਿਟ ਵੀ ਮਿਲ ਜਾਏਗਾ ਹੈ ਔਰ ਵਿਜ਼ਟਰ ਵੀਜ਼ਾ ਵੀ ਮਿਲ ਜਾਂਦੇ ਨੇ। ਲੇਕਿਨ ਉਹਦੇ ਵਿੱਚ ਵੀ ਰਿਕੁਆਇਰਮੈਂਟ ਇਹ ਹੈਗੀ ਹੈ ਕਿ ਜਿਹੜਾ ਮੈਰਿਜ ਹੋਈ ਹੈ ਜੀ ਉਹ ਜੈਨੂਇਨ ਮੈਰਿਜ ਹੋਣੀ ਚਾਹੀਦੀ ਹੈਗੀ। ਜੀ ਅਗਰ ਮੈਰਿਜ ਇਮੀਗ੍ਰੇਸ਼ਨ ਆਫਿਸਰ ਓਵਰਸੀਜ਼ ਇਹ ਡਿਸਾਈਡ ਕਰਦਾ ਹੈਗਾ ਕਿ ਮੈਰਿਜ ਜੈਨੂਇਨ ਨਹੀਂ ਹੈ, ਜੀ ਤਾਂ ਮਿਸਰਿਪ੍ਰੈਜ਼ੈਂਟੇਸ਼ਨ ਦੇ ਕਰਕੇ 5 ਇਅਰਸ ਦਾ ਬੈਨ ਐਪਲੀਕੈਂਟ ਦੇ ਉੱਤੇ ਲਗਾ ਸਕਦਾ ਹੈਗਾ। ਇਸ ਵਾਸਤੇ ਇਹ ਜ਼ਰੂਰੀ ਹੈਗਾ ਕਿ ਜਿਹੜੇ ਡਾਕੂਮੈਂਟੇਸ਼ਨ ਲਗਾਏ ਜਾਣ, ਜਿਹੜੀ ਇਨਫੋਰਮੇਸ਼ਨ ਦਿੱਤੀ ਜਾਏ ਉਹ ਪ੍ਰੋਪਰ ਹੋਏ, ਐਕੂਰੇਟ ਹੋਏ। ਜੀ ਇਹ ਨਾ ਹੋਏ ਕਿ ਜਿਹੜਾ ਸਪਾਂਸਰ ਕੈਨੇਡਾ 'ਚ ਬੈਠਾ ਹੈਗਾ, ਜੀ ਉਹ ਕੈਨੇਡਾ ਆਉਣ ਤੋਂ ਪਹਿਲੇ 2 ਦਿਨ ਪਹਿਲੇ ਵਿਆਹ ਕਰਕੇ ਆ ਗਿਆ ਹੈਗਾ, ਜੀ ਤੇ ਫਿਰ ਉਸ ਤੋਂ ਬਾਅਦ ਆਪਣੇ ਸਪਾਊਸ ਨੂੰ ਅਪਲਾਈ ਕਰ ਰਿਹਾ ਹੈਗਾ, ਤੇ ਉਸ ਨੂੰ ਰਿਫਿਊਜ਼ਲ ਦੇ ਚਾਂਸਸ ਬਹੁਤ ਹੋਣਗੇ। ਜੀ ਮਤਲਬ ਕਿ ਪ੍ਰੂਫ ਹੋਣਾ ਚਾਹੀਦਾ ਕਿ ਥੋੜਾ ਦਿਨ ਇਕੱਠੇ ਰਹੇ ਹੋ, ਮਤਲਬ ਪੂਰਾ ਪਤਾ ਲੱਗੇ ਕਿ ਵਿਆਹ ਹੋਇਆ। ਮੈਰਿਜ ਜੈਨੂਇਨ ਹੋਣੀ ਚਾਹੀਦੀ ਹੈ। ਜੀ ਮੈਰਿਜ ਹੋ ਗਈ ਹੈਗੀ ਹੈ, ਜੀ ਉਸ ਦੇ ਨਾਲ ਤੁਹਾਨੂੰ ਵੀਜ਼ਾ ਨਹੀਂ ਮਿਲੇਗਾ। ਜੀ ਮੈਰਿਜ ਜੈਨੂਇਨ ਹੈਗੀ ਹੈ, ਵੀਜ਼ਾ ਮਿਲੇਗਾ। ਜੀ ਮਤਲਬ ਇਹ ਫਰਕ ਸਮਝਣਾ ਪੈਣਾ। ਬਿਲਕੁਲ ਜੀ ਸੋ ਇਹ ਸਨ ਮਲਹੋਤਰਾ ਇਮੀਗ੍ਰੇਸ਼ਨ ਤੋਂ YD ਮਲਹੋਤਰਾ ਜੀ, ਜਿਨ੍ਹਾਂ ਨੇ ਸਾਡੇ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਆ ਸਪਾਊਸ ਦੇ ਬਾਰੇ ਤੇ ਵਿਜ਼ਟਰ ਵੀਜ਼ਾ ਬਾਰੇ ਵੀ। ਸੋ ਇਹ ਸਵਾਲ ਜਿਹੜੇ ਸੀ ਦਰਸ਼ਕਾਂ ਵੱਲੋਂ ਆਏ ਸੀ, ਉਹਨਾਂ ਸੰਬੰਧੀ ਅੱਜ ਗੱਲਬਾਤ ਹੋਈ ਆ। ਤੇ ਹੋਰ ਵੀ ਜੇ ਕੋਈ ਸਵਾਲ ਹੋਏ ਸਾਨੂੰ ਜ਼ਰੂਰ ਭੇਜੋ, ਅਤੇ ਫਿਰ ਜਵਾਬ ਲੈਣ ਲਈ ਮਲਹੋਤਰਾ ਸਾਹਿਬ ਕੋਲ ਆਵਾਂਗੇ ਤੇ ਜਵਾਬ ਤੁਹਾਡੇ ਤੱਕ ਪਹੁੰਚਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।